ਬ੍ਰੇਕ ਤੋਂ ਬਾਅਦ ਪ੍ਰਾਈਮ ਟਾਈਮ ਸ਼ੋਅ ਦੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਹਾਂ। ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੁੜੇ ਹੋਏ ਆ, ਉਹਨਾਂ ਦਾ ਵੀ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ। ਦਸਾਂਝ ਸਾਹਿਬ ਦੁਬਾਰਾ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ, ਤੇ ਬਹੁਤ ਸ਼ੁਕਰੀਆ। ਤੇ ਸਾਰੇ ਦਰਸ਼ਕਾਂ ਦਾ ਵੀ, ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਇੱਕ ਵਾਰ ਫੇਰ ਸਵਾਗਤ ਹੈ ਚੰਡੀਗੜ੍ਹ ਸਟੂਡੀਓ ਤੋਂ ਜੀ। ਦਸਾਂਝ ਸਾਹਿਬ, ਖਬਰ ਆ ਰਹੀ ਹੈ ਕਿ ਦਿੱਲੀ 'ਚ ਕਾਫੀ ਹੰਗਾਮਾ ਹੋਇਆ। ਕੇਜਰੀਵਾਲ ਦੇ ਘਰ ਤੱਕ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਵਰਕਰ। ਪਿਛਲੇ 3-4 ਦਿਨਾਂ ਤੋਂ ਆਪਾਂ ਖਿਚਾਅ ਜਿਹੜਾ ਬਣ ਰਿਹਾ ਸੀ ਉਹ ਵੇਖ ਰਹੇ ਸੀਗੇ, ਜਿੱਦਾਂ ਵਿਧਾਨ ਸਭਾ ਦੇ ਵਿੱਚ ਸਿੱਧੇ ਤੌਰ 'ਤੇ ਕੱਲ੍ਹ ਵੀ ਆਪਾਂ ਇਹ ਗੱਲ ਕੀਤੀ ਸੀ ਸ਼ਾਇਦ, ਕਿ ਜਿੱਦਾਂ ਦੇ ਅਟੈਕ ਕੇਜਰੀਵਾਲ ਰਾਣਾ ਨੇ ਸਿੱਧੇ ਪ੍ਰਧਾਨ ਮੰਤਰੀ ਮੋਦੀ 'ਤੇ ਕੀਤੇ, ਅਤੇ ਜਿਹੜਾ ਉਹਨਾਂ ਦਾ ਕਾਡਰ ਹੈ ਉਹ ਸ਼ਾਇਦ ਅਜੇ ਵੀ ਉਹ ਜਿਸ ਤਰ੍ਹਾਂ ਮੋਦੀ ਭਗਤ ਹੈ, ਅਤੇ ਉਹ ਚਾਹੁੰਦੇ ਨਹੀਂ ਕਿ ਮੋਦੀ ਸਾਹਿਬ ਦੇ ਖਿਲਾਫ ਕੋਈ ਵੀ ਵਿਅਕਤੀ ਜਿਹੜਾ ਭਾਰਤ ਵਿੱਚ ਕੋਈ ਗੱਲ ਕਰੇ। ਅਤੇ ਜਿਸ ਤਰੀਕੇ ਨਾਲ ਹੋਇਆ ਉਹ ਸਾਰਾ ਕੁਝ, ਅਤੇ ਉਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਆ ਕੇ ਕਿਹਾ ਕਿ ਬੁਖਲਾਈ ਹੋਈ ਆ ਬੀਜੇਪੀ, ਉਹ ਰਾਹ ਰੋਕ ਨਹੀਂ ਸਕੀ ਕੇਜਰੀਵਾਲ ਦਾ, ਉਹਦੀਆਂ ਜਿੱਤਾਂ ਦਾ ਸਿਲਸਿਲਾ ਜਾਰੀ ਆ, ਅਤੇ ਹਾਰ ਤੋਂ ਬੁਖਲਾ ਕੇ ਹੁਣ ਉਹ ਜਾਨੀ ਤੌਰ 'ਤੇ ਜਿਹੜਾ ਵਾ ਉਹ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ ਆ, ਸੀਨ ਤੋਂ ਲਾਂਭੇ ਕਰਨਾ ਚਾਹੁੰਦੀ ਆ। ਅਤੇ ਕਾਫੀ ਗ੍ਰਿਫਤਾਰੀਆਂ ਵੀ ਹੋਈਆਂ ਨੇ। ਹਾਲਾਂਕਿ ਜਿਹੜੀ ਪੁਲਿਸ ਹੈ ਦਿੱਲੀ ਵਾਲੀ, ਉਹ ਆਪਾਂ ਨੂੰ ਪਤਾ ਕਿ ਕੇਂਦਰ ਦੇ ਅਧੀਨ ਹੈ। ਸੋ ਇਹ ਜਿਹੜਾ ਸਾਰਾ ਘਟਨਾਕ੍ਰਮ ਹੈ ਉਹਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ? ਭਗਵੰਤ ਮਾਨ ਦਾ ਵੀ ਇਹਦੀ ਨਿਖੇਧੀ ਕੀਤੀ ਆ, ਅਤੇ ਇਹ ਜਿਹੜਾ ਜੋ ਕੁਝ ਹੋਇਆ ਇਹ ਕਿਉਂ ਅਤੇ ਕਿਵੇਂ ਵਾਪਰਿਆ? ਦੇਖੋ, ਕਸ਼ਮੀਰ ਫਾਈਲਸ ਦੇ ਮਾਮਲੇ ਦੇ ਉੱਤੇ ਜਿੱਦਾਂ ਕ੍ਰਿਟੀਸਾਈਜ਼ ਕੀਤਾ ਆਪਣੇ ਅਰਵਿੰਦ ਕੇਜਰੀਵਾਲ ਨੇ, ਤੇ ਇਸ ਤੋਂ ਬਿਨਾਂ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਵੀ ਜਿਸ ਮਤਲਬ ਅੰਦਾਜ਼ 'ਚ ਅਰਵਿੰਦ ਕੇਜਰੀਵਾਲ ਹੋਰਾਂ ਨੇ ਨਰਿੰਦਰ ਮੋਦੀ ਹੋਰਾਂ ਨੂੰ ਲੰਮੇ ਹੱਥੀਂ ਲਿਆ, ਤੇ ਉਹਨਾਂ ਦੀ 56 ਇੰਚ ਦੀ ਛਾਤੀ ਦੇ ਉੱਤੇ ਹਮਲਾ ਕਰਦੇ, ਇੱਥੋਂ ਤੱਕ ਵੀ ਕਹਿ ਦਿੱਤਾ ਕਿ ਕੁੜਤੇ ਦੇ ਥੱਲੇ ਕੁਝ ਹੋ ਰਹੀ ਹੈ, 56 ਇੰਚ ਦੀ ਛਾਤੀ ਨਹੀਂ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਕਿਹਾ ਵੀ ਅੰਧ ਭਗਤੀ ਤਾਂ ਹੈ, ਤੇ ਦਾਅਵਾ ਇਹੀ ਹੈ ਜਾਂ ਮਨੀਸ਼ ਸਿਸੋਦੀਆ ਨੇ ਵੀ ਜਿਹੜਾ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਵੀ ਇਹ ਜਿਹੜੇ ਲੋਕ ਸੀ ਜਿਨ੍ਹਾਂ ਨੇ ਉਹਨਾਂ ਦੇ ਬਾਹਰ, ਘਰ ਦੇ ਬਾਹਰ ਲੱਗੇ CCTV ਕੈਮਰੇ ਤੋੜੇ, ਬੂਮ ਬੈਰੀਅਰ ਤੋੜ ਕੀਤੀ, ਤੇ ਇੱਕ ਕਿਸਮ ਦਾ ਇਹਨੂੰ ਹਮਲਾ ਹੀ ਕਰਾਰ ਦਿੱਤਾ ਗਿਆ ਵੀ ਇਹ ਹਮਲਾ ਕਰਨ ਵਾਲੇ ਲੋਕ ਭਾਰਤੀ ਯੁਵਾ ਮੋਰਚਾ ਦੇ, ਭਾਰਤੀ ਜਨਤਾ ਯੁਵਾ ਮੋਰਚਾ ਦੇ ਲੋਕ ਸੀ, ਯਾਨੀ ਜਿਹੜਾ ਯੂਥ ਦਾ ਉਹਨਾਂ ਦਾ ਵਿੰਗ ਹੈ ਭਾਰਤੀ ਜਨਤਾ ਪਾਰਟੀ ਦਾ, ਉਹ ਲੋਕ ਸੀ ਜਿਨ੍ਹਾਂ ਨੇ ਇਹ ਹਮਲਾ ਕੀਤਾ। ਹੁਣ ਲੋਕ ਕੁਝ ਗ੍ਰਿਫਤਾਰ ਕੀਤੇ ਗਏ ਆ, ਤੇ ਕਿਹਾ ਜਾ ਰਿਹਾ ਕਿ ਜਿਹੜੀ ਸਖਤ ਕਿਸਮ ਦੀ ਨੁਕਤਾਚੀਨੀ ਕੀਤੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ, ਉਸ ਤੋਂ ਬਾਅਦ ਕੁਝ ਲੋਕ ਜਿਹੜੇ ਭੜਕੇ ਆ। ਹੁਣ ਇਹ ਭੜਕੇ ਆ ਜਾਂ ਇਹਨਾਂ ਨੂੰ ਆਰਗੇਨਾਈਜ਼ਡ ਤਰੀਕੇ ਦੇ ਨਾਲ ਇੱਕ ਪਲਾਨ ਦੇ ਤਹਿਤ ਭੇਜਿਆ ਗਿਆ ਵੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਜਾ ਕੇ ਹੰਗਾਮਾ ਕਰੋ, ਇਹ ਤਾਂ ਹੁਣ ਜਾਂਚ ਦਾ ਵਿਸ਼ਾ ਆ। ਪਰ ਇਹ ਜ਼ਰੂਰ ਹੈ, ਮੈਂ ਸਮਝਦਾ ਵੀ ਇਸ ਹੱਦ ਤੱਕ ਜਦੋਂ ਗੱਲਾਂ ਜਾਂਦੀਆਂ ਤੇ ਇਹ ਬਿਨਾਂ ਕਿਸੇ ਪਲਾਨਿੰਗ ਤੋਂ ਨਹੀਂ ਹੋ ਸਕਦਾ। ਆਪ ਮੁਹਾਰਤਾਂ ਦੇ ਨਾਲ ਕੋਈ ਭੜਕ ਕੇ ਇੰਨੇ ਲੋਕ ਜਿਹੜੇ ਜਾ ਕੇ ਸਿੱਧਾ ਹੀ ਕੋਈ ਹਮਲਾ ਕਰ ਦੇਣ ਕਿਸੇ ਘਰ ਤੇ, ਕਿਸੇ ਮੁੱਖ ਮੰਤਰੀ ਦੇ ਘਰ ਤੇ, ਇਹ ਪੋਸੀਬਿਲਿਟੀ ਨਹੀਂ ਹੈ। ਅਕਸਰ ਆਰਗੇਨਾਈਜ਼ ਹੋਇਆ ਸਾਰਾ ਕੁਝ, ਤੇ ਉਹਦੇ ਪਿੱਛੇ ਕੋਈ ਨਾ ਕੋਈ ਯੋਜਨਾ ਕੰਮ ਕਰਦੀ ਹੋਏਗੀ। ਇਹਦੇ ਸਿੱਟੇ ਕੋਈ ਬਹੁਤੇ ਚੰਗੇ ਨਹੀਂ ਨਿਕਲਣੇ, ਕਿਉਂਕਿ ਇਹਦੇ ਨਾਲ ਮਾਹੌਲ ਤਾਂ ਲਾਜ਼ਮੀ ਤੌਰ ਤੇ ਖਰਾਬ ਹੁੰਦਾ ਹੈ, ਤੇ ਡਰ ਵੀ ਜਿਹੜਾ ਕਿਤੇ ਨਾ ਕਿਤੇ ਫੈਲਦਾ ਵੀ ਹਾਂ, ਤੁਸੀਂ ਜੇ ਕਿਸੇ ਨੂੰ ਕੋਈ ਥੋੜਾ ਵੀ ਆਪਣੇ ਰਾਜਨੀਤਿਕ ਤੌਰ ਦੇ ਉੱਤੇ ਬਿਆਨਬਾਜ਼ੀ ਦੇ ਵਿੱਚ ਲੈ ਕੇ ਆਉਂਦੇ ਹੋ, ਤੇ ਨਾਲ ਤੁਸੀਂ ਕੋਈ ਆਧਾਰ ਬਣਾ ਕੇ ਕੋਈ ਗੱਲ ਕਰਦੇ ਹੋ, ਰਾਜਨੀਤੀ ਤੇ ਕੋਈ ਵਿਅੰਗ ਕੱਸਦੇ ਹੋ, ਉਹਨਾਂ ਦੀ ਰਾਜਨੀਤੀ ਨੂੰ ਕ੍ਰਿਟੀਸਾਈਜ਼ ਕਰਦੇ ਹੋ, ਤਾਂ ਇਹ ਮਾਹੌਲ ਵੀ ਜਿਹੜਾ ਖਤਮ ਕਰਨ ਦੀ ਜਿਹੜੀ ਹੈ ਇਹ ਕੋਸ਼ਿਸ਼ ਦੇ ਤੌਰ ਤੇ ਦੇਖਿਆ ਜਾਣਾ ਚਾਹੀਦਾ ਹੈ। ਭਾਵੇਂ ਅਰਵਿੰਦ ਕੇਜਰੀਵਾਲ ਉਹਨਾਂ ਦਾ ਬਿਆਨ ਨਹੀਂ ਮੈਂ ਹਾਲੇ ਕੋਈ ਦੇਖਿਆ, ਪਰ ਮਨੀਸ਼ ਸਿਸੋਦੀਆ ਤੋਂ ਲੈ ਕੇ ਭਗਵੰਤ ਮਾਨ ਤੱਕ ਪੰਜਾਬ ਦੇ ਬਾਕੀ ਮੰਤਰੀ ਜਿਹੜੇ ਆ ਉਹ ਵੀ ਇਹ ਗੱਲ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਦੀ ਚੜ੍ਹਤ ਤੋਂ ਡਰ ਕੇ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਇਹ ਹਮਲਾ ਕੀਤਾ, ਪਰ ਇਸ ਤਰ੍ਹਾਂ ਡਰਾਇਆ ਨਹੀਂ ਕਿਸੇ ਨੂੰ ਜਾ ਸਕਦਾ, ਇਹ ਵੀ ਗੱਲ ਉਹ ਕਹਿ ਰਹੇ ਜੀ। ਅਮਿਤ ਸ਼ਾਹ ਰਾਣੇ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਜਿਹੜਾ ਕੇਂਦਰ ਦੇ ਅਧੀਨ ਲੈ ਆਂਦਾ, ਤੇ
ਲੋਕਾਂ ਨੇ ਬੜਾ ਇਹਦਾ ਇਤਰਾਜ਼ ਕੀਤਾ, ਭਗਵੰਤ ਮਾਨ ਧਿਰਾਂ ਨੇ ਵੀ ਕਿਹਾ, ਔਰ ਲਗਭਗ ਸਾਰੀਆਂ ਹੀ ਪੰਜਾਬ ਦੀਆਂ ਪੋਲੀਟੀਕਲ ਧਿਰਾਂ ਨੇ ਔਰ ਪੰਜਾਬ ਦੇ ਆਮ ਲੋਕਾਂ ਨੇ ਇਹਦਾ ਬਹੁਤ ਬੁਰਾ ਮਨਾਇਆ। ਓਨਾ ਹੀ ਬੁਰਾ ਮਨਾਇਆ ਜਿੰਨਾ ਰਾਜ ਸਭਾ ਦੀ ਮੈਂਬਰੀ ਬਗਾਨਿਆਂ ਨੂੰ ਦੇਣ ਦਾ ਆਮ ਆਦਮੀ ਪਾਰਟੀ ਦੀ ਬੁਰਾ ਮਨਾਇਆ ਸੀਗਾ। ਲਗਭਗ ਉਹੋ ਜਿਹਾ ਹੀ ਜਿਹੜਾ ਰਿਐਕਸ਼ਨ ਹੈ ਪੰਜਾਬੀਆਂ ਨੂੰ ਇਸ ਗੱਲ ਦੀ ਆ ਰਿਹਾ। ਪਰ ਇਹ ਸਾਰੇ ਰਿਐਕਸ਼ਨ ਤੇ ਸਾਰੀਆਂ ਨਾਰਾਜ਼ਗੀਆਂ ਨੂੰ ਦਰਕਿਨਾਰ ਕਰਦਿਆਂ ਹੋਇਆਂ 1 ਅਪ੍ਰੈਲ ਤੋਂ ਨੋਟੀਫਿਕੇਸ਼ਨ ਹੋ ਗਿਆ ਕਿ ਉਹਨਾਂ ਨੂੰ ਕੇਂਦਰ ਦੇ ਅਨੁਸਾਰ ਹੀ ਸਾਰਾ ਕੁਝ ਕੀਤਾ ਜਾਊਗਾ। ਦੇਖੋ, ਇਹ ਮੈਂ ਸਮਝਦਾ ਕਿ ਕਿਸੇ ਵੀ ਦੇਸ਼ ਲਈ ਚੰਗੀ ਗੱਲ ਨਹੀਂ ਹੈ ਵੀ ਕੋਈ ਗ੍ਰਹਿ ਮੰਤਰੀ ਆਏ ਤੇ ਆ ਕੇ ਚੰਡੀਗੜ੍ਹ ਦੇ ਵਿੱਚ ਜਾਂ ਕਿਤੇ ਕਿਸੇ ਵੀ ਸ਼ਹਿਰ ਦੇ ਵਿੱਚ ਆ ਕੇ ਇਸ ਤਰ੍ਹਾਂ ਦਾ ਐਲਾਨ ਕਰ ਦੇ। ਐਲਾਨ ਤੋਂ ਬਾਅਦ ਉਹਦਾ ਨੋਟੀਫਿਕੇਸ਼ਨ ਜਾਰੀ ਹੋਵੇ, ਜਾਂ ਤਾਂ ਕੋਈ ਪਹਿਲਾਂ ਬਕਾਇਦਾ ਜਿਸ ਸੂਬੇ ਦੇ ਜਿਹੜੇ ਸਰਵਿਸ ਰੂਲ ਖਤਮ ਕਰ ਰਹੇ ਹੋ ਤੁਸੀਂ ਚੰਡੀਗੜ੍ਹ ਤੋਂ, ਉਸ ਸੂਬੇ ਦੇ ਨਾਲ ਕੋਈ ਸਲਾਹ ਮਸ਼ਵਰਾ ਹੋਇਆ ਹੋਵੇ, ਜਾਂ ਜਿਨ੍ਹਾਂ ਲਈ ਮਤਲਬ ਤੁਸੀਂ ਐਲਾਨ ਕਰਦੇ ਹੋ ਜ਼ਬਾਨੀ ਕਲਾਮੀ 23,000 ਦੇ ਕਰੀਬ ਮੁਲਾਜ਼ਮ, ਉਹਨਾਂ ਦੇ ਨੁਮਾਇੰਦਿਆਂ ਨਾਲ ਹੀ ਕੋਈ ਗੱਲਬਾਤ ਹੋਈ ਹੋਵੇ। ਕੋਈ ਕਿਸੇ ਨੂੰ ਕੁਝ ਨਹੀਂ ਪਤਾ, ਅਚਾਨਕ ਹੀ ਭਾਰਤ ਦੇ ਗ੍ਰਹਿ ਮੰਤਰੀ ਆਉਂਦੇ ਆ ਤੇ ਚੰਡੀਗੜ੍ਹ 'ਚ ਆ ਕੇ ਐਲਾਨ ਕਰ ਦਿੰਦੇ ਆ। ਜਿੱਦਾਂ ਅਸੀਂ ਕਹਿ ਰਹੇ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਇਹਨਾਂ ਦੀ ਜ਼ੁਬਾਨ ਚੋਂ ਨਿਕਲੇ ਸ਼ਬਦ ਹੀ ਜਿਹੜੇ ਆ ਭਾਰਤ ਦੇ ਵਿੱਚ ਕਾਨੂੰਨ ਬਣ ਜਾਂਦੇ ਆ, ਤੇ ਉਹ ਕਾਨੂੰਨ ਬਣ ਗਿਆ। ਨੋਟੀਫਿਕੇਸ਼ਨ ਜਦੋਂ ਜਾਰੀ ਹੋ ਗਿਆ 1 ਅਪ੍ਰੈਲ ਤੋਂ, ਮਤਲਬ ਉੱਥੇ ਲੋਕ ਸਭਾ ਦੇ ਵਿੱਚ ਰੌਲਾ ਵੀ ਪਾਇਆ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ, ਜਿੱਦਾਂ ਕੱਲ ਵੀ ਆਪਣਾ ਜ਼ਿਕਰ ਹੋਇਆ ਸੀ ਗੁਰਜੀਤ ਕੇ ਬੀਬਾ ਹਰਸਿਮਰਤ ਕੌਰ ਬਾਦਲ ਤੱਕ, ਤੇ ਇੱਥੇ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਨੇ ਵੀ ਲਗਭਗ ਇੱਕ ਸੁਰ ਦੇ ਵਿੱਚ ਇਸ ਗੱਲ ਦੀ ਨਿੰਦਾ ਕੀਤੀ ਵੀ ਇਹ ਨਹੀਂ ਹੋਣਾ ਚਾਹੀਦਾ। ਪਰ ਉਹ ਬਾਵਜੂਦ ਇਹ ਸਾਰੇ ਵਿਰੋਧ ਨੂੰ ਦਰਕਿਨਾਰ ਕਰਕੇ ਨੋਟੀਫਿਕੇਸ਼ਨ ਜਾਰੀ ਕਰ ਦੇਣ ਦਾ ਮਤਲਬ ਹੈ ਕਿ ਸਰਕਾਰ ਧੱਕੇ ਤੇ ਉਤਰੀ ਹੋਈ ਹੈ ਕਿ ਜੋ ਕਰਨਾ ਉਹ ਕਰਨਾ ਹੀ ਹੈ। ਤੇ ਇਸ ਤਰ੍ਹਾਂ ਦਾ ਸਿਲਸਿਲਾ ਜੇ ਲਗਾਤਾਰ ਵਧੇਗਾ ਤਾਂ ਫਿਰ ਲੋਕਾਂ ਦੇ ਵਿੱਚ ਇੱਕ ਫਿਰ ਗੈਰ ਯਕੀਨੀ ਜੀ ਆਏਗੀ ਤੇ ਲੋਕ ਲਾਜ਼ਮੀ ਤੌਰ ਦੇ ਉੱਤੇ ਪਰੇਸ਼ਾਨ ਤਾਂ ਹੋਣਗੇ। ਪਰ ਜਿਹੜੀ ਸਾਡੇ ਪੰਜਾਬ ਦੇ ਹਵਾਲੇ ਨਾਲ ਗੱਲ ਕਰਨ ਵਾਲੀ ਹੈ, ਜਿਹੜੀ ਗੱਲ ਅਸੀਂ ਕਹਿ ਰਹੇ ਸੀ ਵੀ ਜੇ ਭਗਵੰਤ ਮਾਨ ਹੋਰੀ ਇਹਦਾ ਵਿਰੋਧ ਕਰਦੇ ਨੇ ਸਖਤ ਤਰੀਕੇ ਨਾਲ ਤੇ ਕਹਿੰਦੇ ਆ ਕਿ ਇਹ ਪ੍ਰਵਾਨ ਨਹੀਂ ਹੋਏਗਾ, ਫਿਰ ਅਸੀਂ ਇਸ ਗੱਲ ਤੇ ਜ਼ੋਰ ਦੇ ਰਹੇ ਸੀ ਕਿ ਇੱਕ ਆਲ ਪਾਰਟੀ ਮੀਟਿੰਗ ਜਿਹੜੀ ਆ ਕਾਲ ਕਰਨੀ ਚਾਹੀਦੀ ਸੀ ਉਹਨਾਂ ਨੂੰ, ਤੇ ਉਸ ਤੋਂ ਬਾਅਦ ਇੱਕ ਸਾਂਝਾ ਡਰਾਫਟ ਤਿਆਰ ਕਰਕੇ ਭਾਰਤ ਦੇ ਰਾਸ਼ਟਰਪਤੀ ਤੱਕ ਅਪਰੋਚ ਕਰਨੀ ਚਾਹੀਦੀ ਤੇ ਨਾਲ ਕਾਨੂੰਨੀ ਚਾਰਾਜ਼ੋਈ ਵੀ ਕਰਨੀ ਚਾਹੀਦੀ ਸੀ। ਜਿਹੜੀ ਗੱਲ ਕਈ ਵੀ ਹਰਪਾਲ ਚੀਮੇ ਨੇ ਜੀ ਵੀ ਜੇ ਸਾਨੂੰ ਕਾਨੂੰਨੀ ਲੜਾਈ ਵੀ ਲੜਨੀ ਪਈ ਤਾਂ ਲੜਾਂਗੇ, ਪਰ ਇਹ ਦੋਨੋਂ ਗੱਲਾਂ ਸਰਕਾਰ ਵੱਲੋਂ ਨਹੀਂ ਹੋਈਆਂ। ਤੇ ਇਹਦੀ ਮੰਗ ਵੀ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ ਕਿ ਆਲ ਪਾਰਟੀ ਮੀਟਿੰਗ ਕਾਲ ਕਰੋ, ਉਹ ਦੋਵੇਂ ਗੱਲਾਂ ਹੋਈਆਂ ਨਹੀਂ ਤੇ ਇਨ ਬਿਟਵੀਨ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ। ਸੋ ਹਾਲੇ ਵੀ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਖਾਸ ਤੌਰ ਤੇ ਭਗਵੰਤ ਮਾਨ ਨੂੰ ਇਸ ਮੁੱਦੇ ਦੇ ਉੱਤੇ ਅਹਿਮ ਫੈਸਲਾ ਕਰਨਾ ਚਾਹੀਦਾ। ਆਲ ਪਾਰਟੀ ਮੀਟਿੰਗ ਵੀ ਕਾਲ ਕਰਨੀ ਚਾਹੀਦੀ ਹੈ ਤੇ ਕਾਨੂੰਨੀ ਚਾਰਾਜ਼ੋਈ ਦਾ ਵੀ ਪ੍ਰਬੰਧ ਕੋਈ ਨਾ ਕੋਈ ਕਰਨਾ ਚਾਹੀਦਾ, ਕਿਉਂਕਿ ਜੇ ਹੁਣ ਵੀ ਨਾ ਬੋਲੇ, ਜੇ ਹੁਣ ਵੀ ਜਿਹੜੇ ਕਿ ਕਾਨੂੰਨੀ ਪੱਖ ਤੋਂ ਜਾਂ ਤਕਨੀਕੀ ਪੱਖ ਤੋਂ ਅਸੀਂ ਪਿੱਛੇ ਰਹਿ ਗਏ, ਅਸੀਂ ਗੱਲ ਹੀ ਨਹੀਂ ਕੀਤੀ ਮੁੜ ਕੇ, ਤਾਂ ਫਿਰ ਜਿਹੜੇ ਦਾਅਵੇ ਆ ਸਾਡੇ ਚੰਡੀਗੜ੍ਹ ਤੋਂ ਇੱਕ ਇੱਕ ਕਰਕੇ ਜਿਹੜੇ ਖਤਮ ਹੋ ਰਹੇ ਆ, ਤਾਂ ਇੱਕ ਦਾਅਵਾ ਹੋਰ ਸਾਡਾ ਖਤਮ ਹੋ ਜਾਏਗਾ। ਜੀ ਦਸਾਂਝ ਸਾਹਿਬ, ਜਿੱਦਾਂ ਆਪਾਂ ਹਰ ਰੋਜ਼ ਗੱਲ ਕਰਦੇ ਹਾਂ ਕਿ ਨਵੇਂ ਤੋਂ ਨਵੇਂ ਐਲਾਨ, ਜਿੱਦਾਂ ਐਲਾਨ ਮੁੱਖ ਮੰਤਰੀ ਕਹਿ ਦਿੱਤਾ ਸੀਗਾ ਚੰਨੀ ਸਾਹਿਬ ਨੂੰ, ਇੱਦਾਂ ਦੇ ਐਲਾਨ ਤੇ ਬੜੇ ਭਗਵੰਤ ਮਾਨ ਧਿਰਾਂ ਦੇ ਵੀ ਆਉਣੇ ਸ਼ੁਰੂ ਹੋ ਗਏ ਆ। ਅਸੀਂ ਉਹਨੂੰ ਪੋਜ਼ੀਟਿਵ ਹੀ ਲੈ ਰਹੇ ਹਾਂ। ਜਿੱਦਾਂ ਉਹਨਾਂ ਨੇ ਖਾਸ ਕਰਕੇ ਐਜੂਕੇਸ਼ਨ ਦੇ ਮਾਮਲਿਆਂ ਤੇ ਉਹਨਾਂ ਦੇ ਆ ਰਹੇ ਬਿਆਨ ਜਿਹੜੇ ਆ ਉਹ ਬੜੇ ਚੰਗੇ, ਤੁਸੀਂ ਕੱਲ੍ਹ ਸ਼ਬਦ ਕਿਹਾ ਸੀ ਕਿ ਕੰਨਾਂ ਨੂੰ ਚੰਗੇ ਲੱਗਦੇ ਆ, ਦਿਲਾਂ ਨੂੰ ਵੀ ਉਹ ਚੰਗੇ ਲੱਗਣ। ਅਸੀਂ ਚਾਹੁੰਦੇ ਹਾਂ ਕਿ ਉਹ ਸੱਚਮੁੱਚ ਹੀ ਹੋ ਜਾਵੇ ਉੱਦਾਂ ਦਾ। ਉਹਨਾਂ ਨੇ ਪਟਿਆਲਾ ਯੂਨੀਵਰਸਿਟੀ ਵਿੱਚ, ਪੰਜਾਬੀ ਯੂਨੀਵਰਸਿਟੀ 'ਚ ਕਿਹਾ ਸੀਗਾ ਕਿ ਪੰਜਾਬ ਦੀ ਯੂਨੀਵਰਸਿਟੀ ਜਿਹੜੀ ਇਹ ਆ ਇਹ ਬੜੀ ਸਾਡੀ ਮਾਣ ਵਾਲੀ, ਸ਼ਾਨ ਤੇ ਮਾਣਮੱਤੀ ਯੂਨੀਵਰਸਿਟੀ ਆ। ਸਾਡੇ ਕਲਚਰ ਨੂੰ, ਸਾਡੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਇਹ ਬਣਾਈ ਗਈ ਸੀਗੀ ਤੇ ਅਸੀਂ ਇਸ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਾਂਗੇ ਤੇ ਪੁਰਾਣਾ ਜਿਹੜਾ ਇਹਦਾ ਮਾਹੌਲ ਸੀਗਾ ਉਹਨੂੰ ਬਰਕਰਾਰ ਰੱਖਾਂਗੇ। ਤੇ ਇਸ ਤਰ੍ਹਾਂ ਹੀ ਹੁਣ ਕੁਝ MLA ਦੇ ਵੀ ਬਿਆਨ ਆਉਣ ਲੱਗੇ ਕਿ ਇਕੱਲੀ ਪਟਿਆਲੇ ਵਾਲੀ ਯੂਨੀਵਰਸਿਟੀ ਨਹੀਂ, ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਅਸੀਂ ਕਰਜ਼ਾ ਮੁਕਤ ਕਰਾਂਗੇ। ਤੇ ਇੱਕ ਆਪ ਦੇ ਬੁਲਾਰੇ ਨੇ ਕੋਈ ਡਾਕਟਰ ਸੰਨੀ ਸਿੰਘ ਆਹਲੂਵਾਲੀਆ, ਮੈਂ ਪਹਿਲੀ ਵਾਰ ਨਾਂ ਉਹਨਾਂ ਦਾ ਸੁਣ ਰਿਹਾ, ਮੈਨੂੰ ਨਹੀਂ ਪਤਾ ਉਹ ਬੁਲਾਰੇ ਉਹਨਾਂ ਨੂੰ ਹੁਣ ਬਣਾਇਆ ਕਿ ਪਹਿਲਾਂ ਤੋਂ ਸੀ। ਉਹਨਾਂ ਦੇ ਨਾਂ ਨਾਲ ਡਾਕਟਰ ਵੀ ਲੱਗਿਆ, ਡਾਕਟਰ ਸੰਨੀ ਸਿੰਘ ਆਹਲੂਵਾਲੀਆ। ਉਹਨਾਂ ਨੇ ਕਿਹਾ ਕਿ ਜਿਹੜੀਆਂ ਭਗਵੰਤ ਮਾਨ ਧਿਰਾਂ ਨੇ
ਉਮੀਦਾਂ ਬਣਾਈਆਂ ਨੇ ਉਹ ਨੌਜਵਾਨਾਂ 'ਚ ਕਿ ਅਸੀਂ ਹੁਣ ਉੱਚ ਵਿਦਿਆ ਜਿਹੜੀ ਆ ਮਿਆਰੀ ਵਿਦਿਆ ਲੈ ਸਕਦੇ ਹਾਂ, ਉਹਦਾ ਅਸੀਂ ਆਮ ਆਦਮੀ ਪਾਰਟੀ ਵੱਲੋਂ ਸਵਾਗਤ ਕਰਦੇ ਹਾਂ। ਤੇ ਇੱਕ ਬਿਆਨ ਉਹਨਾਂ ਦਾ ਇਹ ਵੀ ਆਇਆ, ਚੰਗਾ ਲੱਗਿਆ ਲੋਕਾਂ ਨੂੰ, ਕਿ ਪ੍ਰਾਈਵੇਟ ਸਕੂਲ ਆਪਣੀਆਂ ਫੀਸਾਂ ਆਪਣੀ ਮਰਜ਼ੀ ਨਾਲ ਨਹੀਂ ਵਧਾ ਸਕਣਗੇ ਤੇ ਯੂਨੀਫਾਰਮ ਤੇ ਕਿਤਾਬਾਂ ਮਜਬੂਰ ਨਹੀਂ ਕਰ ਸਕਣਗੇ ਮਾਪਿਆਂ ਨੂੰ ਕਿ ਤੁਸੀਂ ਇੱਕ ਹੀ ਦੁਕਾਨ ਤੋਂ ਲਓ ਜਾਂ ਸਕੂਲ ਤੋਂ ਖਰੀਦੋ। ਇਹਦੇ ਲਈ ਵੀ ਲੋਕੀ ਜਿਹੜਾ ਉਹ ਇਸ ਕਦਮ ਨੂੰ ਚੰਗਾ ਕਦਮ ਗਿਣ ਰਹੇ ਆ। ਤੇ ਇਹ ਕਿੰਨਾ ਕੁ ਇਫੈਕਟਿਵ ਹੁੰਦਾ, ਪ੍ਰਾਈਵੇਟ ਸਕੂਲ ਵਾਲੇ ਜਿਹੜੇ ਆ ਉਹਨਾਂ ਦੀ ਵੀ ਲੌਬੀ ਚੰਗੀ ਵੱਡੀ ਆ। ਜਿੱਦਾਂ ਆਪਾਂ ਦੇਖਦੇ ਹਾਂ ਪੰਜਾਬ 'ਚ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਲੌਬੀ ਵੀ ਆ, ਉਹ ਤਾਂ ਰਾਜ ਸਭਾ 'ਚ ਸਿੱਧੇ ਹੀ ਪਹੁੰਚ ਜਾਂਦੇ ਆ ਬਿਨਾਂ ਕਿਸੇ ਗੱਲਬਾਤ ਤੋਂ, ਕਦੀ ਨਾਮ ਨਹੀਂ ਸੁਣਿਆ ਹੁੰਦਾ ਕਿਸੇ ਨੇ। ਤੇ ਉਹ ਜਿਹੜੀ ਸਕੂਲਾਂ ਦੀ ਲੌਬੀ ਆ ਪ੍ਰਾਈਵੇਟ ਸਕੂਲਾਂ ਦੀ, ਉਹ ਅੱਗੇ ਚੱਲ ਕੇ ਕੀ ਕਰਦੀ ਹੈ, ਤੁਹਾਨੂੰ ਯਾਦ ਹੋਣਾ ਕੋਵਿਡ ਦੇ ਵਿੱਚ ਵੀ ਉਹਨਾਂ ਨੇ ਜ਼ਬਰਦਸਤੀ ਬੱਸਾਂ ਦੀਆਂ ਫੀਸਾਂ ਵੀ ਵਸੂਲ ਕੀਤੀਆਂ ਸੀ, ਸਕੂਲ ਦੀ ਫੀਸ ਵੀ ਵਸੂਲ ਕੀਤੀ ਸੀ, ਤੇ ਕਈ ਤੇ ਆਨਲਾਈਨ ਪੜ੍ਹਾਉਣ ਵਾਲੀ ਸਮਰੱਥਾ ਹੀ ਨਹੀਂ ਸੀ, ਨਾ ਬੱਚਿਆਂ ਕੋਲ ਸਾਧਨ ਸੀ। ਤੇ ਚਲੋ ਆਨਲਾਈਨ ਟੀਚਰ ਦੀ ਤਾਂ ਮੰਨਿਆ ਗਿਆ, ਪਰ ਬੱਸਾਂ ਦੀ ਫੀਸ ਵੀ ਜਿਹੜੀ ਉਹ ਲਈ ਕੈਪਟਨ ਸਾਹਿਬ ਕੁਝ ਨਹੀਂ ਕਰ ਸਕੇ। ਸੋ ਜਿਹੜਾ ਹੁਣ ਭਗਵੰਤ ਮਾਨ ਦਾ ਫੈਸਲਾ ਆ, ਇਹਦੇ ਵਿਰੋਧ 'ਚ ਉਹ ਲੌਬੀ ਕਿੰਨੀ ਕੁ ਅਲਰਟ ਹੁੰਦੀ ਆ ਤੇ ਕਿੱਦਾਂ ਜਥੇਬੰਦਕ ਢੰਗ ਨਾਲ ਦਬਾਅ ਬਣਾਉਂਦੀ ਆ, ਇਹ ਵੇਖਣ ਵਾਲੀ ਗੱਲ ਹੈ। ਦੇਖੋ, ਜਦੋਂ ਅਸੀਂ ਕਹਿ ਰਹੇ ਹਾਂ ਵੀ ਕੁਝ ਗੱਲਾਂ ਜਿਹੜੀਆਂ ਭਗਵੰਤ ਮਾਨ ਜਿਹੜੇ ਕਰ ਰਹੇ ਨੇ, ਉਹ ਚੰਗੀਆਂ ਲੱਗਦੀਆਂ, ਦੇਖਣ ਸੁਣਨ ਨੂੰ, ਕੰਨਾਂ ਨੂੰ ਵੀ ਚੰਗੀਆਂ ਲੱਗਦੀਆਂ, ਪਰ ਇੰਪਲੀਮੇਸ਼ਨ ਦਾ ਮਾਮਲਾ ਰਹਿੰਦਾ ਹੈ। ਹੁਣ ਜਿਹੜਾ ਇਹ ਮਾਮਲਾ ਹੈ, ਇਹਦੇ 'ਚ ਜਿਹੜਾ ਤੁਸੀਂ ਉਸ ਲੌਬੀ ਦੀ ਗੱਲ ਕੀਤੀ ਹੈ, ਉਹਦੇ ਕੋਲ ਬੜੇ ਰਸਤੇ ਆ। ਇਕੱਲਾ ਫੀਸਾਂ ਵਾਲਾ ਮਾਮਲਾ ਨਹੀਂ ਹੈ। ਫੀਸਾਂ ਉਹਦੇ 'ਚ ਆ ਵੀ ਬਈ ਤੁਸੀਂ 1 ਸਾਲ ਫੀਸਾਂ ਨਹੀਂ ਵਧਾ ਸਕਦੇ, ਮਤਲਬ ਇਸ ਸਾਲ ਤੁਸੀਂ ਫੀਸਾਂ ਨਹੀਂ ਵਧਾ ਸਕਦੇ। ਇੱਥੇ ਇਕੱਲਾ ਫੀਸਾਂ ਦਾ ਮਾਮਲਾ ਨਹੀਂ, ਇਕੱਲਾ ਕਾਪੀਆਂ ਕਿਤਾਬਾਂ ਤੇ ਵਰਦੀ ਦਾ ਮਾਮਲਾ ਨਹੀਂ ਹੈ। ਜੇ ਕਾਪੀਆਂ ਕਿਤਾਬਾਂ ਤੇ ਵਰਦੀ ਆਪਣੀ ਮਰਜ਼ੀ ਨਾਲ ਜੇ ਪੇਰੈਂਟਸ ਖਰੀਦ ਸਕਣਗੇ ਤਾਂ ਉਹ ਖਰੀਦਣਗੇ ਵੀ ਕਿੱਥੋਂ, ਕਿਉਂਕਿ ਉਹਨਾਂ ਨੇ ਇਸ ਤਰੀਕੇ ਨਾਲ ਮੈਨੇਜ ਕੀਤਾ ਹੋਇਆ ਕਿ ਕੁਝ ਸਪੈਸ਼ਲੀ ਜਿਹੜੀਆਂ ਦੁਕਾਨਾਂ ਉਹੀ ਹੈ ਤੇ ਉੱਥੋਂ ਹੀ ਉਹ ਮਿਲਣੀਆਂ ਹੀ ਨਹੀਂ, ਉੱਥੋਂ ਹੋਰ ਕਿਤੋਂ ਮਿਲਣੀਆਂ ਹੀ ਨਹੀਂ। ਉਸ ਸਕੂਲ ਦੀ ਵਰਦੀ ਤੇ ਕਿਤਾਬਾਂ ਕੁਤੂਬਾਂ ਦਾ ਉਹਨਾਂ ਨੇ ਫੈਸਲਾ ਕੀਤਾ ਹੁੰਦਾ, ਉਹ ਜਿਹੜੇ ਉਹਨਾਂ ਨੇ ਚੁਣੇ ਹੁੰਦੇ ਆ ਕੁਝ ਜਿਹੜੇ ਦੁਕਾਨਦਾਰ, ਉਹਨਾਂ ਤੋਂ ਹੀ ਮਿਲਣੀਆਂ, ਹੋਰ ਕਿਤੋਂ ਮਿਲਣੀਆਂ ਨਹੀਂ। ਹਾਰ ਕੇ ਲੋਕਾਂ ਨੂੰ ਜਾਣਾ ਹੀ ਉੱਥੇ ਪੈਣਾ। ਦੂਜੀ ਗੱਲ ਇਹ ਆ ਵੀ ਜਿਹੜੀ ਫੀਸਾਂ ਵਾਲਾ ਮਾਮਲਾ ਤੁਹਾਨੂੰ ਮੈਂ ਦੱਸਦਾ, ਜਿਹੜੀਆਂ ਚੋਰ ਮੋਰੀਆਂ ਨਾ, ਇਹਨਾਂ ਕੋਲ ਇੰਨੀਆਂ ਕੁ ਜ਼ਿਆਦਾ ਹੈ ਕਿ ਉਹ ਫੀਸਾਂ ਨਾ ਵੀ ਵਧਾਉਣ ਤੇ ਤਾਂ ਵੀ ਕਿਸੇ ਹੋਰ ਦੂਸਰੇ ਢੰਗ ਨਾਲ ਉਹਨਾਂ ਨੇ ਲੋਕਾਂ ਨੂੰ ਲੁੱਟਣਾ ਹੈ। ਤੁਸੀਂ ਵੀ ਜਿੱਦਾਂ ਜ਼ਿਕਰ ਕੀਤਾ ਕਿ ਕੋਵਿਡ ਦੇ ਸਮੇਂ ਦੇ ਵਿੱਚ ਵੀ ਯਾਨੀ ਬੱਸਾਂ ਦੀ ਜਿਹੜੀ ਉਹਨਾਂ ਦਾ ਭਾੜਾ ਆ ਉਹ ਧੱਕੇ ਨਾਲ ਹੀ ਲਗਭਗ ਲਿਆ ਗਿਆ ਤੇ ਕਿਸੇ ਕਿਸਮ ਦੀ ਕੋਈ ਸੁਣਵਾਈ ਨਹੀਂ। ਹੁਣ ਇੱਥੇ ਜਿਹੜੀ ਸਭ ਤੋਂ ਵੱਡੀ ਲੁੱਟ ਦਾ ਜਿਹੜਾ ਇੱਕ ਤਰੀਕਾ ਹੋਰ ਹੈ ਇਹਨਾਂ ਕੋਲ, ਉਹ ਹੈਗਾ ਕਿ ਜਦੋਂ ਤੁਸੀਂ ਐਡਮਿਸ਼ਨ ਦਾ ਮਾਮਲਾ ਹੁੰਦਾ ਹੈ, ਰੀਐਡਮਿਸ਼ਨ ਤੇ ਐਡਮਿਸ਼ਨ, ਡਾਇਰੈਕਟ ਜਿਹੜਾ ਐਡਮਿਸ਼ਨ, ਉਹ ਪਹਿਲੀ ਵਾਰ ਜਿਹੜਾ ਐਡਮਿਸ਼ਨ ਲਈ ਜਾਂਦਾ ਹੈ, ਉਦੋਂ ਉਹਨਾਂ ਨੇ ਉਹ ਚੁੱਪ-ਚਪੀਤੇ ਜਿਹੜਾ ਉਹ ਇੰਨੇ ਕੁ ਜ਼ਿਆਦਾ ਪੈਸੇ ਵਧਾ ਦੇਣੇ ਆ ਵੀ ਜਿਹੜਾ ਫੀਸਾਂ ਵਧਾਉਣੀਆਂ ਸੀ ਉਹ ਨਾ ਵੀ ਵਧਾਉਣ ਤਾਂ ਵੀ ਉਹਨਾਂ ਦਾ ਕੰਮ ਚੱਲਦਾ। ਤੇ ਰੀਐਡਮਿਸ਼ਨ, ਜੇ ਮੰਨ ਲਓ ਰੀਐਡਮਿਸ਼ਨ ਜਿਹੜਾ ਬੱਚਾ ਇੱਕੋ ਸਕੂਲ ਦੇ ਵਿੱਚ ਪੜ੍ਹਦਾ, ਮੰਨ ਲਓ 7ਵੀਂ 'ਚ ਪੜ੍ਹਦਾ, ਉਹ 8ਵੀਂ 'ਚ ਹੋ ਗਿਆ, ਮਤਲਬ ਉਹ ਰੀਐਡਮਿਸ਼ਨ ਜੇ ਮੰਨ ਲਓ 2500 ਰੁਪਏ ਹੋਏਗੀ, ਉਹ 3500 ਕਰ ਦੇਣਗੇ। ਉਹਨਾਂ ਨੂੰ ਕੀ ਲੱਗਦਾ, ਉਹ ਕਹਿਣਗੇ ਰੀਐਡਮਿਸ਼ਨ ਦੇਣੀ ਪੈਣੀ, ਉੱਥੇ ਤਾਂ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇੱਕ ਪੂਰੀ ਸੂਰੀ ਇੱਕ ਪਾਲਿਸੀ ਜਿਹੜੀ ਆ ਬਣਾਉਣੀ ਪਏਗੀ ਪ੍ਰਾਈਵੇਟ ਇੰਸਟੀਟਿਊਸ਼ਨ ਲਈ, ਪ੍ਰਾਈਵੇਟ ਸਕੂਲਾਂ ਲਈ, ਪ੍ਰਾਈਵੇਟ ਕਾਲਜਾਂ ਲਈ। ਉਹ ਨੀਤੀ ਦੇ ਵਿੱਚ ਸਾਰੀਆਂ ਚੀਜ਼ਾਂ ਵਿਚਾਰੀਆਂ ਜਾਣੀਆਂ ਚਾਹੀਦੀਆਂ। ਹਾਲੇ ਸਿਰਫ ਭਗਵੰਤ ਮਾਨ ਜਿਹੜੇ ਆ ਰੋਜ਼ ਇੱਕ ਐਲਾਨ ਕਰ ਰਹੇ ਨੇ, ਉਹ ਐਲਾਨ ਜਿਹੜੇ ਆ ਉਹ ਇੱਕ ਕਹਿ ਲਓ ਵੀ ਦਸਤਾਵੇਜ਼ੀ ਰੂਪ ਦੇ ਵਿੱਚ, ਇੱਕ ਨੀਤੀ ਦੇ ਰੂਪ ਦੇ ਵਿੱਚ ਵੀ ਪ੍ਰਾਈਵੇਟ ਸਕੂਲਾਂ ਦੀ ਸਾਡੀ ਨੀਤੀ ਕੀ ਰਹੇਗੀ, ਉਹ ਮੈਨੂੰ ਲੱਗਦਾ ਕਿ ਸ਼ਾਇਦ ਇਹ ਮਾਮਲਾ ਜਿਹੜਾ ਆ ਇਕੱਲਾ ਭਗਵੰਤ ਮਾਨ ਦੇ ਅਨਾਉਂਸਮੈਂਟਸ ਦੇ ਨਾਲ ਹੱਲ ਹੋਣ ਵਾਲਾ ਨਹੀਂ ਹੈ। ਇਹ ਕੈਬਨਿਟ ਮੀਟਿੰਗ ਦੇ ਵਿੱਚ ਬਕਾਇਦਾ ਬਣੇਗਾ, ਪਾਲਿਸੀ ਜਿਹੜੀ ਬਣਾਈ ਜਾਏਗੀ, ਨੀਤੀ ਬਣਾਈ ਜਾਏਗੀ, ਫਿਰ ਉਹਨੂੰ ਲਾਗੂ ਕਰਨ ਦੀ ਗੱਲ ਹੋਏਗੀ। ਹਾਲ ਫਿਲਹਾਲ ਤਾਂ ਕੁਝ ਜਿਹੜੇ ਐਲਾਨ ਹੈ ਉਹ ਐਲਾਨ ਹੀ ਹੈ ਤੇ ਜ਼ੁਬਾਨੀ ਕਲਾਮੀ ਐਲਾਨ ਹੈ, ਤੇ ਉਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਰਹਿ ਜਾਂਦੀਆਂ। ਸਕੂਲ ਦੇ ਮਾਮਲੇ ਦੇ ਵਿੱਚ ਫੀਸਾਂ ਤੇ ਕਾਪੀਆਂ ਕਿਤਾਬਾਂ ਦੀ ਗੱਲ ਨਹੀਂ, ਓਵਰਆਲ ਪ੍ਰਾਈਵੇਟ ਜਿਹੜੇ ਸਿੱਖਿਆ ਦੇ ਅਦਾਰੇ ਹੈ ਉਹਨਾਂ ਪ੍ਰਤੀ ਸਰਕਾਰ ਦੀ ਨੀਤੀ ਕੀ ਹੈ, ਇਹ ਸ਼ਾਇਦ ਐਜੂਕੇਸ਼ਨ ਡਿਪਾਰਟਮੈਂਟ ਇਹਦੇ ਤੈਅ ਕਰਕੇ ਇੱਕ ਦਸਤਾਵੇਜ਼ ਤਿਆਰ ਕਰਕੇ ਉਹ ਨੀਤੀ ਨਿਰਧਾਰਿਤ ਕਰੇਗਾ, ਤਾਂ ਸ਼ਾਇਦ ਕੋਈ ਬਿਹਤਰ ਹੋਵੇਗੀ। ਇਹ ਦਸਾਂਝ ਸਾਹਿਬ ਮੇਰੇ ਖਿਆਲ ਨਾਲ ਦੀ ਨਾਲ ਭਗਵੰਤ ਮਾਨ ਨੇ ਇਹ ਵੀ ਕਿਹਾ ਹੈ ਕਿ ਅਸੀਂ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹ ਬੜੀ ਜਲਦੀ ਆਪਣੀ ਬਣਾ ਕੇ ਜਾਰੀ ਕਰਾਂਗੇ। ਵੈਸੇ ਤਾਂ ਪਿਛਲੀਆਂ ਸਰਕਾਰਾਂ ਵੀ ਇੱਦਾਂ ਦੀਆਂ ਪਾਲਿਸੀਆਂ ਬਣਾਉਣ ਲਈ ਵਾਅਦੇ ਕਰਦੀਆਂ ਰਹੀਆਂ ਨੇ, ਟਰਾਂਸਪੋਰਟ ਪਾਲਿਸੀ, ਐਜੂਕੇਸ਼ਨ ਪਾਲਿਸੀ, ਹੈਲਥ ਪਾਲਿਸੀ, ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਸੁਣਦੇ ਆਏ, ਪਰ ਹੁਣ ਕਿਉਂਕਿ ਬਦਲਿਆ ਦੌਰ ਹੈ ਤੇ ਬਦਲੇ ਦੌਰ ਦੇ ਵਿੱਚ ਇਹਨਾਂ ਦੀ ਪ੍ਰਮੁੱਖ ਤੌਰ 'ਤੇ 3-4 ਜਿਹੜੀਆਂ ਇਹਨਾਂ ਦੀਆਂ
ਪ੍ਰਾਇਓਰਟੀਜ਼ ਨੇ, ਜਿਹਦੇ ਵਿੱਚ ਐਜੂਕੇਸ਼ਨ ਹੈਲਥ ਦੀ ਗੱਲ ਬਾਰ-ਬਾਰ ਕੀਤੀ ਗਈ ਆ, ਇਲੈਕਸ਼ਨ ਤੋਂ ਪਹਿਲਾਂ ਵੀ, ਇਲੈਕਸ਼ਨ ਤੋਂ ਬਾਅਦ ਵੀ, ਇਲੈਕਸ਼ਨ ਦੇ ਦੌਰਾਨ ਵੀ। ਤੇ ਇਹ ਭਗਵੰਤ ਮਾਨ ਨੇ ਇਹ ਵੀ ਕਿਹਾ ਆ ਕਿ ਅਸੀਂ ਐਜੂਕੇਸ਼ਨ ਦੀ ਪਾਲਿਸੀ ਜਿਹੜੀ ਬਣਾ ਰਹੇ ਹਾਂ, ਇਸੇ ਕਰਕੇ 1 ਸਾਲ ਦੀ ਪਾਬੰਦੀ ਲਾਈ ਕਿ ਇਨ ਬਿਟਵੀਨ ਉਹ ਪਾਲਿਸੀ ਆ ਜਾਏਗੀ ਤੇ ਉਸ ਤੋਂ ਬਾਅਦ ਜਿਹੜਾ ਦਿੱਲੀ ਦੀ ਤਰਜ਼ ਤੇ ਅਸੀਂ ਸਾਰਾ ਕੁਝ ਕੰਟਰੋਲ ਜਿਹੜਾ ਉਹਨੂੰ ਲਵਾਂਗੇ ਆਪਣੇ ਹੱਥਾਂ 'ਚ। ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਜਿਹੜੀ ਆ ਉਹ ਨਹੀਂ ਚੱਲਣ ਦਾਂਗੇ। ਪਰ ਨਾਲ ਦੀ ਨਾਲ ਮੈਨੂੰ ਇੱਕ ਗੱਲ ਇੱਥੇ ਜ਼ਰੂਰ ਖੜਕਦੀ ਆ, ਜਿਹੜੇ ਉੱਦਾਂ MLA ਦੇ ਬਿਆਨ ਤੇ ਆ ਰਹੇ ਆਪਣੇ, ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇੱਕ MLA ਦਾ ਬਿਆਨ ਆਇਆ, ਸ਼ਾਇਦ ਉਹ ਮੁਕਤਸਰ ਤੋਂ MLA ਨੇ, ਕਿ ਅਸੀਂ ਸਾਰੀਆਂ ਯੂਨੀਵਰਸਿਟੀਆਂ ਨੂੰ ਕਰਜ਼ਾ ਮੁਕਤ ਕਰਾਂਗੇ। ਪਰ ਜਿਹੜੇ ਸੰਬੰਧਿਤ ਮੰਤਰੀ ਨੇ, ਜਿੱਦਾਂ ਹੁਣ ਐਜੂਕੇਸ਼ਨ ਦੀ ਪਾਲਿਸੀ ਬਾਰੇ ਕੋਈ ਗੱਲ ਹੋਣੀ ਤੇ ਬੜੇ ਇਹਨਾਂ ਦੇ ਸੀਨੀਅਰ ਵੀ ਨੇ ਔਰ ਮੀਤ ਬੜੇ ਐਕਟਿਵ ਵੀ ਨੇ ਜਿਨ੍ਹਾਂ ਨੂੰ ਐਜੂਕੇਸ਼ਨ ਦਾ ਮਹਿਕਮਾ ਦਿੱਤਾ ਗਿਆ, ਤੇ ਉਹਨਾਂ ਦੀ ਤਰਫੋਂ ਕੋਈ ਬਿਆਨ ਨਹੀਂ ਆਉਂਦਾ, ਜਾਂ ਜਿਹੜੀ ਨੀਤੀ ਬਣਾਉਣ ਦੀ ਗੱਲ ਹੈ ਜਾਂ ਕੋਈ ਪਬਲਿਕ ਸਾਹਮਣੇ ਆ ਕੇ ਕਹਿਣ ਦਾ ਕੰਮ ਹੈ, ਸਾਰਾ ਕੁਝ ਭਗਵੰਤ ਮਾਨ ਦੇ ਨਾਂ ਦੇ ਕੋਲੋਂ ਕਿਉਂ ਬਿਆਨ ਆਉਂਦਾ? ਜਿੱਦਾਂ ਕੇਜਰੀਵਾਲ ਨਹੀਂ ਇਕੱਲੇ ਹੀ ਬਿਆਨ ਦਿੰਦੇ ਆ, ਬਾਕੀ ਉਹਨਾਂ ਦੀ ਕੈਬਨਿਟ ਵੱਲੋਂ ਕਦੀ ਕੋਈ ਜਾਂ ਕਦੀ ਸਿਸੋਦੀਆ ਸਾਹਿਬ ਤੇ 1-2 ਮੰਤਰੀਆਂ ਦਾ ਜ਼ਿਕਰ ਜ਼ਰੂਰ ਹੁੰਦਾ, ਪਰ ਕਦੀ ਉਹ ਕੈਮਰੇ ਸਾਹਮਣੇ ਆ ਕੇ ਸਰਕਾਰੀ ਤੌਰ ਤੇ ਕੋਈ ਜਿਹੜਾ ਐਲਾਨ ਨਹੀਂ ਕਰਦੇ। ਤੇ ਪੰਜਾਬ ਵਿੱਚ ਵੀ ਮੈਨੂੰ ਲੱਗਦਾ ਉਹ ਪ੍ਰਥਾ, ਜਿੱਦਾਂ ਪਹਿਲੇ ਦਿਨ ਹੀ ਕੇਜਰੀਵਾਲ ਨੇ ਕਿਹਾ ਸੀਗਾ ਕਿ ਤੁਹਾਡੇ ਕਹਿਣ ਤੇ MLA ਨੂੰ ਕਿ ਪੁਲਿਸ ਅਫਸਰ ਨਹੀਂ ਲਾਏ ਜਾਣਗੇ, ਤੁਹਾਡੀ ਜੋ ਵੀ ਐਲਾਨ ਹੋਣਗੇ, ਜੋ ਵੀ ਗੱਲ ਹੋਊਗੀ ਭਗਵੰਤ ਮਾਨ ਦੇ ਖੁਦ ਕਰਨਗੇ। ਤੇ ਸੋ ਜਿਹੜੇ ਜਿੱਦਾਂ ਹੁਣ ਐਜੂਕੇਸ਼ਨ ਦਾ ਮਾਮਲਾ ਹੈ ਤੇ ਮੀਤ ਹੇਅਰ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ, ਜਾਂ ਘੱਟੋ ਘੱਟ ਉਹ ਨਾਲ ਤੇ ਬੈਠੇ ਹੋਣ ਨਾ ਜੀ ਉਹਨਾਂ ਦੇ ਜਦੋਂ ਕੋਈ ਐਲਾਨ ਹੁੰਦਾ, ਪਰ ਉਹ ਦੇਖਣ 'ਚ ਨਹੀਂ ਆ ਰਿਹਾ। ਸਾਰੇ ਐਲਾਨ ਜਿਹੜੇ ਮਾਣਯੋਗ ਮੁੱਖ ਮੰਤਰੀ ਨੇ ਭਗਵੰਤ ਮਾਨ ਦੇ ਉਹੀ ਕਰ ਰਹੇ ਨੇ। ਇਹ ਜ਼ਰੂਰੀ ਹੈ ਕਿ ਜਿਹੜੀ ਕੈਬਨਿਟ ਬਣਾਈ ਹੈ ਉਸ ਕੈਬਨਿਟ ਦੀ ਮੀਟਿੰਗ ਜਿਹੜੀ ਹੈ ਨਾ, ਮੁੱਦਿਆਂ ਦੇ ਉੱਤੇ ਜਿਹੜੀ ਤੁਸੀਂ ਅਨਾਉਂਸਮੈਂਟਸ ਕਰਨੀਆਂ ਉਹਨੂੰ ਕੈਬਨਿਟ 'ਚ ਵਿਚਾਰ ਦੇਣਾ ਚਾਹੀਦਾ ਤੇ ਕੈਬਨਿਟ ਦੀ ਮੀਟਿੰਗ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਖਾਸ ਤੌਰ ਤੇ ਆ ਜਿਹੜੇ ਮੁੱਦੇ ਸਾਡੇ ਸਾਹਮਣੇ ਆ ਰਹੇ ਨੇ, ਰੋਜ਼ਾਨਾ ਜਿਹੜੇ ਐਲਾਨ ਹੋ ਰਹੇ ਇਹਨਾਂ ਤੇ ਵੀ, ਤੇ ਜਿਹੜਾ ਚੰਡੀਗੜ੍ਹ ਦਾ ਇਸ਼ੂ ਸੀ ਜਾਂ BBM ਦਾ ਇਸ਼ੂ ਸੀ, ਇਹਦੇ ਤੇ ਵੀ ਇੱਕ ਕੈਬਨਿਟ ਦੀ ਮੀਟਿੰਗ ਦਰਕਾਰ ਹੈ। ਪਰ ਮਤਲਬ ਆਲ ਪਾਰਟੀ ਮੀਟਿੰਗ ਦੀ ਤਾਂ ਅਸੀਂ ਵੈਸੇ ਗੱਲ ਕੀਤੀ, ਆਲ ਪਾਰਟੀ ਮੀਟਿੰਗ ਤਾਂ ਦੂਰ ਦੀ ਗੱਲ ਰਹੀ, ਉਹਨਾਂ ਨੇ ਆਪਣੀ ਕੈਬਨਿਟ ਦੀ ਮੀਟਿੰਗ ਵੀ ਇਸ ਮੁੱਦੇ ਤੇ ਕਾਲ ਨਹੀਂ ਕੀਤੀ। ਇਹ ਬਹੁਤ ਇੰਪੋਰਟੈਂਟ ਹੈ ਵੀ ਸਰਕਾਰ ਜਿਹੜੀ ਹੈ ਇਹਨਾਂ ਮੁੱਦਿਆਂ ਦੇ ਉੱਤੇ ਕੀ ਆਪਣੀ ਪਾਲਿਸੀ ਬਣਾਉਂਦੀ ਹੈ ਤੇ ਉਹਦੇ ਮੁਤਾਬਕ ਚੱਲਿਆ ਜਾਏ, ਤਾਂ ਫਿਰ ਜਿਹੜਾ ਵੱਖ-ਵੱਖ ਮਹਿਕਮਿਆਂ ਦੇ ਮੰਤਰੀ ਸਾਹਿਬਾਨ ਨੇ ਉਹ ਵੀ ਫਿਰ ਜੇ ਕੈਬਨਿਟ ਦੇ ਵਿੱਚ ਬਕਾਇਦਾ ਵਿਚਾਰ ਕਰਕੇ ਸਹਿਮਤੀ ਤੇ ਫਿਰ ਆਪਣੇ ਲੈਵਲ ਦੇ ਉੱਤੇ ਇਦਾਂ ਦੀਆਂ ਅਨਾਉਂਸਮੈਂਟਸ ਜਿਹੜੀਆਂ ਕਰ ਸਕਦੇ ਆ। ਹੁਣ ਇੱਕ ਧਰੂਵੀ ਜਿਹਾ ਹੋ ਗਿਆ ਲੱਗਦਾ ਸਾਰਾ ਕੁਝ ਭਗਵੰਤ ਮਾਨ ਉਹਨਾਂ ਦੇ ਹੱਥ 'ਚ ਹੈ। ਤੇ ਦੇਖੋ 27 ਮਹਿਕਮੇ ਤਾਂ ਪਹਿਲੇ ਭਗਵੰਤ ਮਾਨ ਹੋਰਾਂ ਕੋਲ, ਹੋਮ ਮਿਨਿਸਟਰੀ ਵੀ ਉਹਨਾਂ ਦੇ ਕੋਲ ਹੈ, ਸੋ ਜ਼ਿੰਮੇਵਾਰੀਆਂ ਭਾਰੀਆਂ ਨੇ। ਤੇ ਪਰ ਤਾਲਮੇਲ ਜਿਹੜਾ ਇੱਕ ਹੋਣਾ ਚਾਹੀਦਾ ਸਰਕਾਰ ਦੇ ਵਿੱਚ, ਉਹਦੀ ਥਾਂ ਦੇ ਉੱਤੇ ਇੱਕ ਵਿਅਕਤੀ ਹੀ ਸਾਰਾ ਕੁਝ ਕਰਦਾ ਦਿਖਾਈ ਦੇ ਰਿਹਾ, ਐਲਾਨ ਕਰਦਾ ਦਿਖਾਈ ਦੇ ਰਿਹਾ। ਸੋ ਇਹ ਪ੍ਰੋਬਲਮਸ ਤਾਂ ਆਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿੱਦਾਂ ਸਾਰੀਆਂ ਚੀਜ਼ਾਂ ਜਿਹੜੀਆਂ ਥਾਂ ਸਿਰ ਹੋਣੀਆਂ। ਦੂਜੀ ਗੱਲ, ਕਰਜ਼ਾ ਮੁਕਤ ਕਰਨਾ ਆ, ਇੱਕ ਯੂਨੀਵਰਸਿਟੀ ਨਹੀਂ ਸਾਰੀਆਂ ਯੂਨੀਵਰਸਿਟੀਆਂ ਨੂੰ ਚੰਗੀ ਹੈ, ਮੁਆਵਜ਼ੇ ਦੇਣੇ ਆ 1 ਅਰਬ ਰੁਪਏ ਤੱਕ ਦੇ ਗੁਲਾਬੀ ਸੁੰਡੀ ਦੇ ਜਿਹੜੇ ਨੁਕਸਾਨ ਜਿਹੜਾ ਹੋਇਆ, ਚੰਗੀ ਗੱਲ ਹੈ। ਨੌਕਰੀਆਂ ਦੇਣੀਆਂ 25,000 ਨਵੀਆਂ, ਚੰਗੀ ਗੱਲ ਹੈ। 35,000 ਕੱਚੇ ਕਾਮੇ ਪੱਕੇ ਕਰਨੇ, ਚੰਗੀ ਗੱਲ ਹੈ। ਪਰ ਇਹ ਕੋਈ ਨਹੀਂ ਦੱਸਦਾ ਕਿ ਇਹਦੇ ਵਾਸਤੇ ਸੋਰਸ ਕੀ ਹੈ, ਤੁਹਾਡੇ ਕੋਲ ਇੰਨੇ ਪੈਸੇ ਕਿੱਥੋਂ ਆਉਣੇ ਆ, ਖਜ਼ਾਨੇ ਦੀ ਸਥਿਤੀ ਕੀ ਹੈ, ਇਹਦੇ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ। ਸੋ ਕੰਨਾਂ ਨੂੰ ਚੰਗੇ ਲੱਗਦੇ ਐਲਾਨ ਸੁਣੇ ਜਾ ਸਕਦੇ ਆ, ਪਰ ਜ਼ਮੀਨ ਤੇ ਸਾਰਾ ਕੁਝ ਉਤਾਰਨਾ ਇਹ ਕੋਈ ਐਵੇਂ ਕੋਈ ਖੱਬੇ ਹੱਥ ਦੀ ਖੇਡ ਵਾਲੀ ਗੱਲ ਨਹੀਂ ਹੈ। ਇਹਦੇ ਲਈ ਬਹੁਤ ਤਰੱਦਦ ਜਿਹੜਾ ਕਰਨ ਦੀ ਜ਼ਰੂਰਤ ਹੈ, ਤੇ ਉਹ ਤਰੱਦਦ ਕਿੱਦਾਂ ਕਰਨਾ, ਕਿਵੇਂ ਕਰਨਾ, ਕੀ ਵਿਧੀ ਹੈ ਤੁਹਾਡੇ ਕੋਲ, ਕਿੱਥੋਂ ਸਾਰਾ ਕੁਝ ਮੈਨੇਜ ਕਰਾਂਗੇ, ਇਹਦੇ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ ਜੀ। ਅੱਛਾ, ਜੋਗਿੰਦਰ ਸਿੰਘ ਗਰਾਹਾਂ ਵਾਲੀ ਜਿਹੜੀ ਜਥੇਬੰਦੀ ਹੈ ਜੀ, ਉਹ ਲਾਠੀਚਾਰਜ ਹੋਇਆ ਸੀ 2 ਦਿਨ ਪਹਿਲਾਂ ਤੇ ਉਹ ਕਾਫੀ ਇਹਦਾ ਰੌਲਾ ਪਿਆ ਸੀਗਾ, ਤੇ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਕਿਹਾ ਆ ਕਿ ਇਹਦੇ ਲਈ ਸਿੱਧੇ ਤੌਰ ਤੇ ਮੁਕਤਸਰ ਸਾਹਿਬ ਦੇ DC ਜ਼ਿੰਮੇਵਾਰ ਆ, ਤੇ ਜਿਹੜੀ ਮਾਲ ਮਹਿਕਮੇ ਦੇ ਰੈਵਨਿਊ ਮਹਿਕਮੇ ਦੇ ਅਫਸਰਾਂ ਨੇ ਹੜਤਾਲ ਕੀਤੀ ਉਹਦੇ ਲਈ ਵੀ ਉਹ ਜ਼ਿੰਮੇਵਾਰ ਆ। ਤੇ ਦੂਜੇ ਪਾਸੇ ਜਿਹੜੇ ਮੰਤਰੀ ਨੇ ਮਾਲ ਮਹਿਕਮੇ ਦੇ, ਕੋਈ ਬ੍ਰਹਮ ਸ਼ੰਕਰ ਵੀ, ਉਹਨਾਂ ਦੇ ਦਖਲ ਤੋਂ ਬਾਅਦ ਹੜਤਾਲ ਤੇ ਜਿਹੜੀ ਆ ਉਹ ਵਾਪਸ ਕਰ ਲਈ ਆ, ਜਿਹੜੀ ਤਹਿਸੀਲਦਾਰਾਂ ਕਾਨੂੰਗੋਆਂ ਦੀ ਹੜਤਾਲ ਸੀ, ਜਿਹਨੂੰ ਕਿਉਂਕਿ ਰੈਵਨਿਊ ਬਹੁਤ ਸਾਰਾ ਜਿਹੜਾ ਉੱਥੋਂ ਆਉਂਦਾ ਆ, ਤੇ ਇਸ ਗੱਲ ਦੀ ਚਿੰਤਾ ਸੀ ਕਿ ਇਹਨਾਂ ਹਾਲਾਤਾਂ, ਆਰਥਿਕ ਹਾਲਾਤਾਂ 'ਚ ਜਦੋਂ ਘੁਲ ਰਹੇ ਨੇ ਪੰਜਾਬ ਦੀ ਨਵੀਂ ਜਿਹੜੀ ਮਿਨਿਸਟਰੀ ਬਣੀ ਆ, ਤੇ ਜੇ ਰੈਵਨਿਊ ਵਾਲੇ ਹੜਤਾਲ ਲੰਬੀ ਤੇ ਚੱਲ ਗਏ ਤੇ ਖਜ਼ਾਨੇ ਦੇ ਉੱਤੇ ਹੋਰ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਆ। ਸੋ ਉਹ ਜਿਹੜੇ ਮੰਤਰੀ ਨੇ ਸੰਬੰਧਿਤ, ਉਹਨਾਂ ਦੇ ਦਖਲ ਦੇ ਨਾਲ ਉਹ ਹੜਤਾਲ ਵੀ ਟਲ ਗਈ ਆ,
ਤੇ ਦੂਜੇ ਪਾਸੇ ਗੁਰਾਹਾਂ ਰਾਣੇ ਸਿੱਧੇ ਤੌਰ ਤੇ ਅਜੇ ਸਰਕਾਰ ਦੇ ਉੱਤੇ ਜਾਂ ਕਿਸੇ ਐਮਐਲਏ ਤੇ ਜਾਂ ਮੰਤਰੀ ਦੇ ਦੋਸ਼ ਨਹੀਂ ਲਾਇਆ। ਉਹਨਾਂ ਨੇ ਕਿਹਾ ਕਿ ਉਹਦੀ ਡੀਸੀ ਸਾਹਿਬ ਮੁਕਤਸਰ ਵਾਲੇ ਜ਼ਿੰਮੇਵਾਰ ਹੈ। ਦੇਖੋ, ਆਪਾਂ ਗੱਲ ਕਰ ਹੀ ਰਹੇ ਸੀ ਵੀ ਅਕਸਰ ਜੇ ਲਾਠੀਚਾਰਜ ਹੋਇਆ ਤੇ ਉਹਦੀ ਉਹਦਾ ਪ੍ਰਵਾਨਗੀ ਲਈ ਗਈ, ਮਨਜ਼ੂਰੀ ਮਿਲੀ ਜਾਂ ਕੋਈ ਨਾ ਕੋਈ ਆਰਡਰ ਤਾਂ ਹੋਇਆ। ਸੋ ਜੇ ਡੀਸੀ ਸਾਹਿਬ ਬਾਰੇ ਕਹਿ ਰਹੇ ਨੇ ਜੋਗਿੰਦਰ ਸਿੰਘ ਅਗਰਾਹਾਂ ਜਾਂ ਉਹਨਾਂ ਦੀ ਜਥੇਬੰਦੀ, ਇਹਦਾ ਮਤਲਬ ਹੈ ਕਿ ਜਿਹੜੀ ਥੱਲੇ ਸਰਕਾਰੀ ਲੌਬੀ ਹੈਗੀ ਆ ਜਾਂ ਅਫਸਰਸ਼ਾਹੀ ਹੈਗੀ, ਉਹ ਸ਼ਾਇਦ ਇਹ ਸਾਰੀਆਂ ਚੀਜ਼ਾਂ ਨੂੰ ਜਿੱਦਾਂ ਡੀਲ ਕਰਦੀ ਰਹੀ ਅੱਗੇ ਉਦਾਂ ਹੀ ਡੀਲ ਕਰਨਾ ਚਾਹੁੰਦੀ ਹੈ। ਸੋ ਜਿੱਦਾਂ ਅਸੀਂ ਵੀ ਕਹਿ ਰਹੇ ਸੀ ਵੀ ਇਹ ਜ਼ਰੂਰੀ ਨਹੀਂ ਹੈ ਕਿ ਹਰ ਗੱਲ ਲਈ ਅਸੀਂ ਨਵੀਂ ਬਣੀ ਸਰਕਾਰ ਹੈ ਤੇ ਉਹਨਾਂ ਦੀ ਖਿੱਚ ਤੋਂ ਕਰਨ ਲੱਗ ਪਈ ਹੈ ਵੀ ਉਹ ਹਜੇ ਨਵੇਂ ਆਏ ਨੇ, ਉਹ ਤਾਂ ਹਾਲੇ ਸਾਰੀਆਂ ਚੀਜ਼ਾਂ ਨੂੰ ਸਮਝ ਰਹੇ ਨੇ ਵੀ ਥੱਲੇ ਤੱਕ ਕੰਮ ਕਿਵੇਂ ਹੋ ਰਿਹਾ ਹੈ। ਤੇ ਜਿਹੜੀ ਇਸ ਤਰ੍ਹਾਂ ਦੀ ਬਿਊਰੋਕ੍ਰੇਸੀ ਹੁੰਦੀ ਹੈ, ਉਹਨਾਂ ਦੀ ਆਦਤ ਬਣੀ ਹੁੰਦੀ ਹੈ ਕੁਝ ਇੱਦਾਂ ਦੀਆਂ ਘਟਨਾਵਾਂ ਦੇ ਵਿੱਚ ਜਿਹੜਾ ਜਾਂ ਇੱਦਾਂ ਦੇ ਹਾਲਾਤ ਜਦੋਂ ਬਣ ਜਾਂਦੇ ਆ ਤਾਂ ਤੁਸੀਂ ਉਹਨਾਂ ਨੂੰ ਕਿਵੇਂ ਡੀਲ ਕਰਨਾ, ਉਹ ਆਪਣੀ ਬਣੀ ਹੋਈ ਆਦਤ ਦੇ ਮੁਤਾਬਕ ਜਾਂ ਜਿਹੜਾ ਪੁਲਿਸ ਕਲਚਰ ਹੈ ਜਾਂ ਸਾਡੇ ਸਿਵਲ ਪ੍ਰਸ਼ਾਸਨ ਦਾ ਜਿਹੜਾ ਕਲਚਰ ਹੈ ਉਹਦੇ ਮੁਤਾਬਕ ਚੀਜ਼ਾਂ ਨੂੰ ਡੀਲ ਕਰਦੇ ਨੇ ਜਾਂ ਸਿੱਝਦੇ ਨੇ। ਤੇ ਇਸ ਕਰਕੇ ਅਸੀਂ ਵੀ ਕਹਿ ਰਹੇ ਸੀ ਇਹ ਨਹੀਂ ਹੈ ਕਿ ਇਹਦੇ ਕੋਈ ਆਰਡਰ ਜਿਹੜੇ ਆ ਸਰਕਾਰੀ ਤੌਰ ਦੇ ਉੱਤੇ ਸਰਕਾਰ ਵੱਲੋਂ ਦਿੱਤੇ ਗਏ ਹੋਣਗੇ ਜਾਂ ਕਿਸੇ ਐਮਐਲਏ ਵੱਲੋਂ ਜਾਂ ਕਿਸੇ ਮੰਤਰੀ ਵੱਲੋਂ ਇਦਾਂ ਦਾ ਇਸ਼ਾਰਾ ਹੋਇਆ ਹੋਏਗਾ ਵੀ ਕਰ ਦੋ ਅੱਧੀ ਰਾਤ ਨੂੰ ਕਿਸਾਨਾਂ ਦੇ ਉੱਤੇ ਲਾਠੀਚਾਰਜ। ਸੋ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਆਪਣੇ ਲੈਵਲ ਤੇ ਕਈ ਵਾਰੀ ਇਦਾਂ ਦੇ ਆਰਡਰ ਕਰ ਦਿੰਦੀ ਹੈ। ਤੇ ਜੇ ਉਗਰਾਹਾਂ ਸਾਹਿਬ ਕਹਿ ਰਹੇ ਨੇ ਵੀ ਡੀਸੀ ਜ਼ਿੰਮੇਵਾਰ ਹੈ, ਸਰਕਾਰ ਨੂੰ ਜ਼ਰੂਰ ਇਸ ਪਾਸੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਕੁਝ ਨਵੇਂ ਜਿਹੜੇ ਐਲਾਨ ਜਿਹੜੇ ਕਰਨੇ ਆਪਣੇ ਥਾਂ ਤੇ ਹੈ, ਇੱਕ ਲਿਖਤੀ ਆਰਡਰ ਜਾਰੀ ਕਰਨ ਦੀ ਜ਼ਰੂਰਤ ਹੈ ਵੀ ਜਿਹੜੇ ਲੋਕ ਸੰਘਰਸ਼ਾਂ 'ਚ ਨੇ, ਜਿਹੜੇ ਲੋਕ ਆਪਣੀਆਂ ਮੰਗਾਂ ਲਈ ਸੜਕਾਂ ਤੇ ਉਤਰਦੇ ਨੇ, ਉਹਨਾਂ ਨਾਲ ਮਨੁੱਖੀ ਵਿਹਾਰ ਕੀਤਾ ਜਾਏ, ਸੰਵਾਦ ਦੇ ਨਾਲ ਮਸਲੇ ਹੱਲ ਕੀਤੇ ਜਾਣ। ਲੱਠ ਤੰਤਰ ਜਿਹੜਾ ਲੰਮੇ ਸਮੇਂ ਤੋਂ ਸਾਡੇ ਤੇ ਰਾਜ ਕਰ ਰਿਹਾ, ਉਹ ਤੰਤਰਤਾ ਹੋਵੇ, ਤੰਤਰ ਦੇ ਮੂਹਰੇ ਲੋਕਤਾ ਜੁੜ ਜਾਵੇ, ਤੰਤਰ ਦੇ ਅੱਗੇ ਲੱਠ ਹੁਣ ਨਾ ਜੁੜੇ। ਏਦਾਂ ਦਾ ਪ੍ਰਬੰਧ ਮੈਨੂੰ ਲੱਗਦਾ ਹੈ ਕਿ ਸਰਕਾਰੀ ਚਿੱਠੀ ਜਾਰੀ ਕਰਕੇ ਆਪਣੇ ਅਧਿਕਾਰੀਆਂ ਨੂੰ ਸਰਕਾਰ ਨੂੰ ਕਰਨ ਦੀ ਜ਼ਰੂਰਤ ਹੈ। ਜੀ ਦਸਾਂਝ ਸਾਹਿਬ, ਲਾਸਟ ਵਿੱਚ ਆਪਾਂ ਖਬਰ ਕਰ ਲਈਏ ਕਿ ਕਾਂਗਰਸ ਦੀ ਪ੍ਰਧਾਨਗੀ ਲਈ ਫਿਰ ਜੋੜ ਤੋੜ ਸ਼ੁਰੂ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਸੁਖਜਿੰਦਰ ਰੰਧਾਵਾ ਤੇ ਪ੍ਰਤਾਪ ਸਿੰਘ ਬਾਜਵਾ, ਯਾਨੀ ਕਿ ਮਾਝੇ ਵਾਲਿਆਂ ਤੇ ਗੁਣਾ ਪੈਣ ਦੀ ਸੰਭਾਵਨਾ ਲੱਗਦੀ ਕਿਉਂਕਿ ਜ਼ਿਆਦਾ ਸੀਟਾਂ ਵੀ ਉੱਥੋਂ ਉਹਨਾਂ ਨੂੰ ਮਿਲੀਆਂ ਨੇ। ਪਰ ਪ੍ਰਤਾਪ ਬਾਜਵਾ ਨੇ ਨਸੀਹਤ ਦਿੱਤੀ ਆ ਆਪਣੀ ਹਾਈ ਕਮਾਂਡ ਨੂੰ ਕਿ ਡਰਬੀ ਦੀ ਰੇਸ ਵਿੱਚ ਦੇਸੀ ਘੋੜੇ ਨਹੀਂ ਅਰਬੀ ਘੋੜਿਆਂ ਦੀ ਦੌੜ ਲਵਾਓ। ਹੁਣ ਪਤਾ ਨਹੀਂ ਇਹਨਾਂ 'ਚ ਅਰਬੀ ਘੋੜਾ ਕਿਹੜਾ ਆ ਤੇ ਕਿਹੜਾ ਦੇਸੀ ਘੋੜਾ ਹੈ, ਤੇ ਅੱਗੇ ਚੱਲ ਕੇ ਕੀ ਕਰਦੇ ਆ, ਪੰਜਾਬ ਕਾਂਗਰਸ ਨੂੰ ਕੌਣ ਬਚਾ ਸਕਦਾ ਇਹਨਾਂ ਹਾਲਾਤਾਂ ਵਿੱਚ। ਤੇ ਮੈਨੂੰ ਤਾਂ ਲੱਗਦਾ ਹੈ ਕਿ ਜਿਹੜਾ ਵੀ ਪ੍ਰਧਾਨ ਬਣੂਗਾ ਉਹ ਨਮੋਸ਼ੀ ਖੱਟੇਗਾ ਇਸ ਵੇਲੇ, ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਕਾਂਗਰਸ ਨੂੰ ਮੁੜ ਸੁਰਜੀਤ ਕਰਨਾ ਬਹੁਤ ਔਖਾ ਆ। ਹਾਲਾਂਕਿ ਅਕਾਲੀ ਦਲ ਦੇ ਮੁੜ ਸੁਰਜੀਤ ਹੋਣ ਦੀਆਂ ਸੰਭਾਵਨਾਵਾਂ ਨੇ ਜੇ ਬਾਦਲ ਪਰਿਵਾਰ ਨੂੰ ਲਾਂਭੇ ਕਰ ਦਿੱਤਾ ਜਾਵੇ, ਤੇ ਕਿਉਂਕਿ ਬਹੁਤ ਗਿਣਤੀ ਲੋਕ ਸਮਝਦੇ ਨੇ ਕਿ ਇੱਕ ਰੀਜਨਲ ਪਾਰਟੀ ਜਿਹੜੀ ਆ ਅਕਾਲੀ ਦਲ, ਉਹਦਾ ਖੜੇ ਰਹਿਣਾ ਜਿਹੜਾ ਉਹ ਪੰਜਾਬ ਦੇ ਹਿੱਤ 'ਚ ਹਿੱਤ ਵਿੱਚ ਹੈ ਕਿਤੇ ਨਾ ਕਿਤੇ। ਇਸ ਕਰਕੇ ਉਹਦੀ ਸਰਵਾਈਵਲ ਦਾ ਜਿਹੜਾ ਮੁੱਦਾ ਉਹ ਤੇ ਕਿਤੇ ਸਮਝ 'ਚ ਆਉਂਦਾ ਆ, ਪਰ ਉਹ ਵੀ ਉਨੀ ਦੇਰ ਤੱਕ ਸ਼ਾਇਦ ਨਾ ਹੋ ਸਕੇ ਜਿੰਨਾ ਚਿਰ ਪਕੜ ਬਾਦਲ ਪਰਿਵਾਰ ਦੀ ਉਹਦੇ ਉੱਤੇ ਬਣੀ ਹੋਈ ਆ। ਸੋ ਦੂਜੇ ਪਾਸੇ ਕਾਂਗਰਸ ਦਾ ਜਿਹੜਾ ਕੰਮ ਹੈ ਉਹ ਤੇ ਨਮੋਸ਼ੀ ਵਾਲਾ ਹੀ ਲੱਗਦਾ ਮੈਨੂੰ ਜੀ। ਦੇਖੋ, ਜਿਹੜੇ ਪ੍ਰਤਾਪ ਬਾਜਵਾ ਨੇ ਜਦੋਂ ਪਹਿਲਾਂ ਸ਼ੁਰੂ ਹੋਈ ਸੀ ਕਾਂਗਰਸ ਪ੍ਰਧਾਨਗੀ ਦੀ ਜੰਗ, ਉਦੋਂ ਵੀ ਇਹ ਗੱਲ ਕਹੀ ਸੀ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ। ਅਜੇ ਬਣਾਇਆ ਨਹੀਂ ਸੀ ਗਿਆ, ਬਣਾਉਣ ਦੀ ਤਿਆਰੀ ਸੀ। ਉਦੋਂ ਵੀ ਇਹ ਕਿਹਾ ਸੀ ਵੀ ਡਰਬੀ ਦੀ ਰੇਸ ਦੇ ਵਿੱਚ ਦੇਸੀ ਘੋੜੇ ਚਾਹੀਦੇ ਆ। ਨਾਲ ਉਹਨਾਂ ਨੇ ਥੋੜਾ ਉਹਨੂੰ ਵਿਆਖਿਆ ਕੀਤੀ ਸੀ ਇਹ ਕਹਿ ਕੇ ਵੀ ਜਿਹੜੇ ਵੱਖ-ਵੱਖ ਥਾਵਾਂ ਤੋਂ ਘੁੰਮ ਕੇ ਆ ਗਏ ਜਾਂ ਵੱਖ-ਵੱਖ ਪਾਰਟੀਆਂ ਤੋਂ ਆਏ ਆ, ਹਾਲੇ 5-4 ਸਾਲ ਪਹਿਲਾਂ ਆਏ ਆ, ਉਹਨਾਂ ਨੂੰ ਪ੍ਰਧਾਨ ਬਣਾਓਗੇ ਤਾਂ ਨੁਕਸਾਨ ਹੋਊਗਾ, ਨਾਰਾਜ਼ਗੀ ਫੈਲੂਗੀ। ਤੇ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਟਕਸਾਲੀ ਕਿਸੇ ਕਾਂਗਰਸੀ ਚੋਂ ਹੀ ਜਿਹੜਾ ਚੰਗੇ ਲੋਕ ਨੇ, ਉਹਨਾਂ ਚੋਂ ਬੜੇ ਚੰਗੇ ਲੋਕ ਨੇ, ਉਹਨਾਂ ਚੋਂ ਕਿਸੇ ਨੂੰ ਪ੍ਰਧਾਨ ਹੋਣਾ ਚਾਹੀਦਾ। ਉਦੋਂ ਇਹ ਗੱਲ ਮੰਨੀ ਨਹੀਂ ਗਈ। ਹੁਣ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਫੇਰ ਤੋਂ ਪ੍ਰਧਾਨਗੀ ਹਾਸਲ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਦਸਾਂਝ ਸਾਹਿਬ, ਬੜੇ ਚੰਗਿਆਂ ਦੇ ਵਿੱਚ ਬਾਜਵਾ ਸਾਹਿਬ, ਬੜੇ ਚੰਗਿਆਂ 'ਚ ਬਾਜਵਾ ਸਾਹਿਬ ਖੁਦ ਨੂੰ ਵੀ ਗਿਣਦੇ ਹੋਣਗੇ। ਬਿਲਕੁਲ, ਇਸੇ ਕਰਕੇ ਪੰਜਾਬ ਦੀ ਪੋਲਿਟਿਕਸ ਤੋਂ ਆਏ ਸੀ ਛੱਡ ਕੇ ਰਾਜ ਸਭਾ ਨੂੰ, ਤੇ ਉਹ ਕਹਿੰਦੇ ਵੀ ਨਹੀਂ ਮੈਂ ਤਾਂ ਪੰਜਾਬ ਦੀ ਪੋਲਿਟਿਕਸ ਤੋਂ ਆਉਣਾ। ਉਹ ਆਪਣੇ ਆਪ ਨੂੰ ਪੇਸ਼ ਕਰ ਦਿੱਤੇ ਰਹੇ ਆ। ਤੇ ਹੁਣ ਫਿਰ ਨਵਜੋਤ ਸਿੰਘ ਸਿੱਧੂ ਨੇ ਲੌਬਿੰਗ ਸ਼ੁਰੂ ਕਰ ਦਿੱਤੀ ਹੈ। 2 ਮੀਟਿੰਗਾਂ ਹੋ ਚੁੱਕੀਆਂ ਉਹਨਾਂ ਦੇ ਹਮਾਇਤੀਆਂ ਦੀਆਂ। ਸੁਖਪਾਲ ਸਿੰਘ ਖਹਿਰੇ ਨੇ ਵੀ ਇਹ ਗੱਲ ਕਹੀ, ਰਾਕੇਸ਼ ਪਾਂਡੇ ਦੇ ਘਰ ਮੀਟਿੰਗ ਸੀ ਲੁਧਿਆਣੇ। ਉਸ ਤੋਂ ਬਾਅਦ
ਜੀ ਮੈਨੂੰ ਲੱਗਦਾ ਹੈ ਕਿ ਫੇਰ ਰਾਬਤਾ ਸਾਡਾ ਪ੍ਰਧਾਨ ਟੁੱਟ ਹੈ ਰਿਹਾ। ਕਾਂਗਰਸ। ਹਾਂਜੀ ਜੀ, ਹਾਂਜੀ ਹਾਂਜੀ ਗੱਲ ਪੂਰੀ ਕਰ ਲਓ, ਤੁਹਾਡੀ Last ਇੰਟਰਨੈਟ ਗੱਲ- ਦੀ ਥੋੜੀ ਸਮੱਸਿਆ ਆ ਰਹੀ ਹੈ ਜੀ। ਹਾਂਜੀ ਹਾਂਜੀ ਲਾਸਟ ਗੱਲ ਆ ਬਸ ਇਹ ਜਿਹੜਾ ਇਹਦਾ ਕਲੇਸ਼ ਘਟਣ ਦੀ ਥਾਂ ਤੇ ਫੇਰ ਵਧਣ, ਕਿਉਂਕਿ ਕਈ ਨਾਂ ਦੌੜ ਰਹੇ ਨੇ, ਕਈ ਨਾਂ ਰਵਨੀਤ ਬਿੱਟੂ ਦਾ ਨਾਂ ਵੀ ਲਿਆ ਜਾ ਰਿਹਾ, ਰਾਜੇ ਵੜਿੰਗ ਦਾ ਨਾਂ ਵੀ ਲਿਆ ਜਾ ਰਿਹਾ, ਤੇ ਪ੍ਰਤਾਪ ਸਿੰਘ ਬਾਜਵਾ ਦਾ ਵੀ, ਸੁਖਜਿੰਦਰ ਰੰਧਾਵਾ ਦਾ ਵੀ, ਤੇ ਨਵਜੋਤ ਸਿੰਘ ਸਿੱਧੂ ਵੀ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਹੇ ਨੇ। ਚਲੋ ਖੈਰ ਆਪਾਂ ਸਮਾਪਤ ਕਰਦੇ ਹਾਂ ਵੀ ਕਾਂਗਰਸ ਪਾਰਟੀ ਲਈ ਇੱਕ ਨਵਾਂ ਸੰਕਟ ਫੇਰ ਖੜਾ ਹੈ ਵੀ ਪ੍ਰਧਾਨ ਕਿਹਨੂੰ ਬਣਾਉਣਾ ਹੈ ਤੇ ਵਿਰੋਧੀ ਧਿਰ ਦਾ ਆਗੂ ਕਿਹਨੂੰ ਚੁਣਨਾ ਹੈ। ਇਹਨਾਂ ਦੋਨਾਂ ਗੱਲਾਂ ਤੇ ਪ੍ਰਤਾਪ ਸਿੰਘ ਬਾਜਵੇ ਨੇ ਆਪਣੇ ਆਪ ਦਾ ਨਾਂ ਹੀ ਇੱਕ ਕਿਸਮ ਦਾ ਡੇਢੀ ਢੰਗ ਨਾਲ ਪੇਸ਼ ਕੀਤਾ ਹੈ ਜੀ। ਬਹੁਤ ਬਹੁਤ ਮਿਹਰਬਾਨੀ। ਕਿ ਮੇਰਾ ਖਿਆਲ ਹੈ ਵੀ ਇੱਕ ਬੰਦਾ ਤੇ ਦੋਵੇਂ ਅਹੁਦੇ ਨਹੀਂ ਨਾ ਸੰਭਾਲ ਸਕਦਾ ਕਿ ਉਹਨੂੰ ਐਲਓਪੀ ਵੀ ਬਣਾਤਾ ਜਾਵੇ ਤੇ ਪ੍ਰਧਾਨ ਵੀ ਬਣਾਤਾ ਜਾਵੇ। ਉਹਦਾ ਮਤਲਬ ਦੋਵਾਂ ਚ ਇੱਕ ਅਹੁਦਾ ਉਹਨਾਂ ਦੇ ਕੋਲ ਆ ਗਿਆ, ਉਹਨਾਂ ਦਾ ਮਤਲਬ ਇਹ ਮੇਰੇ ਖਿਆਲ ਤਰਜੀਹ ਇੱਕ ਉਹਨਾਂ ਦੀ ਵੀ ਅਹੁਦਾ ਦੋਵਾਂ ਐਲਓਪੀ ਨੂੰ ਹੋਊਗੀ, ਚੋਂ। ਕਿਉਂਕਿ ਜਿਹੜੇ ਜਾਂਦੀ ਵਾਰ ਦਾ ਝੂਟਾ ਮਿਲ ਜੇ ਮੰਤਰੀਸ਼ਿਪ ਦਾ, ਕਿਉਂਕਿ ਕੈਬਨਿਟ ਮੰਤਰੀ ਦਾ ਦਰਜਾ ਹੁੰਦਾ, ਚੰਗੀ ਕੋਠੀ ਕਾਰ ਸਭ ਕੁਝ ਮਿਲ ਜਾਣਾ। ਜਿਹੜਾ ਵੀ ਐਲਓਪੀ ਬਣੇਗਾ ਉਹ ਤਾਂ ਕਿਤੇ ਨਾ ਕਿਤੇ ਸੱਤਾ ਦਾ ਸੁੱਖ ਮਾਣ ਲਏਗਾ, ਤੇ ਜਿਹੜਾ ਪ੍ਰਧਾਨ ਬਣੇਗਾ ਉਹਦੇ ਲਈ ਤੇ ਕੰਡਿਆਂ ਦਾ ਤਾਜ ਹੀ ਹੋਏਗਾ ਨਾ। ਬਿਲਕੁਲ ਬਿਲਕੁਲ ਐਲਓਪੀ ਦੇ ਤੌਰ ਤੇ ਆਪਣਾ ਨਾਮ ਅੱਗੇ ਵਧਾ ਰਿਹਾ ਹੈ ਤੇ ਉਧਰ ਰਵਨੀਤ ਬਿੱਟੂ ਵੀ ਲੱਗੇ ਆ ਆਪਣੀ ਆਪਣੀ ਢੰਗ ਦੇ ਨਾਲ। ਦੇਖੋ ਕਾਂਗਰਸ ਕੀ ਕਰਦੀ ਆ, ਆਪਣੀ ਅੱਜ ਟੁੱਟ ਰਿਹਾ ਬਾਰ-ਬਾਰ। ਠੀਕ ਹੈ ਜੀ ਦਸਾਂਝ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਥੋੜੀ ਜਿਹੀ ਇੰਟਰਨੈਟ ਦੀ ਸਮੱਸਿਆ ਰਹੀ ਹੈ ਤੁਹਾਡੇ ਵਾਲੇ ਪਾਸਿਓਂ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਬਹੁਤ ਸ਼ੁਕਰੀਆ। ਮਿਹਰਬਾਨੀ, ਸ਼ੁਕਰੀਆ।